BSF ਦੇ ਅਧਿਕਾਰ ਵਿੱਚ ਵਾਧੇ ਨੂੰ ਲੈ ਕੇ ਕੇਂਦਰ ਉੱਤੇ ਪੰਜਾਬ ਸਰਕਾਰ ਦਾ ਵੱਡਾ ਇਲਜ਼ਾਮ ਕਿ ਹੱਦ ਦੇ ਪੰਜਾਬ ਤੇ ਕਬਜ਼ਾ ਕਰਨ ਦੀ ਹੈ ਸਾਜ਼ਿਸ਼, ਪੰਜਾਬ ਨੂੰ ਵੰਡਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। ਪੰਜਾਬ 'ਚ BSF ਦੇ ਅਧਿਕਾਰ ਵਧਾਉਣ ਨੂੰ ਲੈ ਕੇ ਮੰਤਰੀਆਂ ਦਾ ਕੈਪਟਨ ਤੇ ਵੀ ਸਿੱਧਾ ਹਮਲਾ। ਪ੍ਰਗਟ ਸਿੰਘ ਬੋਲੇ, ਪਹਿਲਾਂ ਹੀ ਦਿੱਲੀ ਫੇਰੀ ਤੇ ਲੇਟ ਕਰਵਾਈ ਝੋਨੇ ਦੀ ਖਰੀਦ, ਹੁਣ ਦੁਬਾਰਾ ਦਿੱਲੀ ਵਿੱਚ ਮੌਜੂਦ ਤਾਂ ਕਰਵਾ ਦਿੱਤਾ BSF ਵਾਲਾ ਫੈਸਲਾ। ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਦਿੱਲੀ ਜਾ ਰਹੇ ਨਵਜੋਤ ਸਿੱਧੂ ਸ਼ਾਮ 6 ਵਜੇ ਵੇਣੂ ਗੋਪਾਲ ਤੇ ਹਰੀਸ਼ ਰਾਵਤ ਨਾਲ ਕਰਨਗੇ ਮੁਲਾਕਾਤ। ਕੱਲ ਦੁਸ਼ਹਿਰੇ ਦੇ ਦਿਨ ਕਿਸਾਨ ਨਹੀਂ ਕਰਨਗੇ ਪ੍ਰਦਰਸ਼ਨ, ਹੁਣ ਪਰਸੋਂ ਕਰਨਗੇ ਪੁਤਲਾ ਫੂਕ ਮੁਜ਼ਾਹਰਾ। ਕਿਸਾਨ ਆਗੂ ਬੋਲੇ, ਹਿੰਦੂਆਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਲਿਆ ਫੈਸਲਾ। ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਹਾਈ ਅਲਰਟ ਚੰਡੀਗੜ੍ਹ ਦੇ ਵਿੱਚ ਵਧਾਈ ਗਈ ਸੁਰੱਖਿਆ। ਗੁਆਂਢੀ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ। 2 ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਫਿਰ ਵਧੇ ਤੇਲ ਦੇ ਭਾਅ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35 ਪੈਸੇ ਦਾ ਇਜ਼ਾਫਾ। 14 ਦਿਨਾਂ ਵਿੱਚ 11ਵੀਂ ਵਾਰ ਵਧੇ ਤੇਲ ਦੇ ਰੇਟ। ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਤੋਂ ਸਵਾਗਤ ਹੈ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡੇ ਨਾਲ ਭੁੱਲਰਜੀਤ ਸਿੰਘ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ BSF ਦੇ ਮੁੱਦੇ ਉੱਪਰ। ਪੰਜਾਬ ਦਾ ਕੇਂਦਰ ਦੇ ਉੱਪਰ ਤਿੱਖੇ ਸ਼ਬਦਾਂ ਦੇ ਵਿੱਚ ਹਮਲਾ ਦੇਖਣ ਨੂੰ ਮਿਲਿਆ। ਸਿੱਧੇ ਤੌਰ ਦੇ ਉੱਪਰ ਪੰਜਾਬ ਸਰਕਾਰ ਨੇ ਕਿਹਾ ਕਿ ਅੱਧੇ ਪੰਜਾਬ ਦੇ ਉੱਪਰ ਕਬਜ਼ਾ ਕਰਨ ਦੀ ਸਿੱਧੀ ਕੋਸ਼ਿਸ਼ ਕਰ ਰਹੀ ਹੈ ਕੇਂਦਰ ਸਰਕਾਰ। ਤਾਂ ਪੰਜਾਬ ਨੂੰ ਵੰਡਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਗੱਲ ਦਾ ਜ਼ਿਕਰ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਤੇ ਉਹਨਾਂ ਦੇ ਨਾਲ ਵਿਜੇਇੰਦਰ ਸਿੰਗਲਾ ਵੀ ਮੌਜੂਦ ਸਨ। ਸਿੰਗਲਾ ਨੇ ਕਿਹਾ ਕਿ ਕੇਂਦਰ ਸੰਘੀ ਢਾਂਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਗਟ ਸਿੰਘ ਨੇ ਇਸ ਤੋਂ ਬਿਨਾਂ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਵੀ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਕਿ BJP ਦੇ ਨਾਲ ਰਲ ਕੇ ਪੰਜਾਬ ਖਿਲਾਫ ਸਾਜ਼ਿਸ਼ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ। ਉਹਨਾਂ ਨਾਲ ਹੀ ਕਿਹਾ ਕਿ ਪਹਿਲਾਂ ਕੈਪਟਨ ਦੀ ਪਹਿਲੀ ਦਿੱਲੀ ਫੇਰੀ ਦੇ ਕਾਰਨ ਝੋਨੇ ਦੀ ਖਰੀਦ ਦੇ ਵਿੱਚ ਦੇਰੀ ਹੋਈ ਸੀ, ਉਦੋਂ ਉਹ ਦੇਰੀ ਕਰਵਾਈ ਸੀ, ਤਾਂ ਹੁਣ ਦੂਜੀ ਵਾਰ ਦਿੱਲੀ ਗਏ ਨੇ ਤਾਂ BSF ਵਾਲਾ ਫੈਸਲਾ ਲਾਗੂ ਕਰਵਾਏ ਨੇ। BJP ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਗਵਰਨਰ ਰੂਲ ਲਾਗੂ ਕਰਵਾਉਣਾ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ। ਇਸ ਗੱਲ ਦਾ ਜ਼ਿਕਰ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕੀਤਾ। ਹੋਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਂਦਾ। ਤਾਂ ਲਗਾਤਾਰ BSF ਨੂੰ ਦੇ ਖੇਤਰ ਦੇ ਵਾਧੇ ਨੂੰ ਲੈ ਕੇ ਲਗਾਤਾਰ ਹੁਣ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਦੀ ਵਜ਼ਾਰਤ ਦੇ ਮੰਤਰੀਆਂ ਦੇ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਨਿਸ਼ਾਨੇ ਉੱਪਰ ਲਗਾਇਆ ਜਾ ਰਿਹਾ। ਇਸ ਤੌਰ ਦੇ ਉੱਪਰ ਕਿਹਾ ਜਾ ਰਿਹਾ ਕਿ ਸੰਘੀ ਢਾਂਚੇ ਦੇ ਉੱਪਰ ਹਮਲਾ ਔਰ ਕਿਤੇ ਨਾ ਕਿਤੇ ਬੜਾ ਹੀ ਮੰਦਭਾਗਾ ਫੈਸਲਾ। ਔਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਵੀ ਨਿਸ਼ਾਨਾ ਸਾਧੇ ਜਾ ਰਹੇ ਹਨ। ਚੀਜ਼ਾਂ ਰਲੀਆਂ ਹੋਈਆਂ ਹੁੰਦੀਆਂ ਔਰ ਉਹਦੇ ਵਿੱਚ ਅਨਫੋਰਚੂਨੇਟਲੀ ਸਾਡੇ ਫਾਰਮਰ ਐਕਸ ਸਾਡੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦਾ ਬਿਆਨ ਆਉਣਾ, ਕਿਉਂਕਿ ਅਸੀਂ ਕੀ ਇਹ ਪ੍ਰੂਵ ਕਰਨਾ ਚਾਹੁੰਦੇ ਆ। ਉਹ ਤਾਂ ਇਸ ਤਰ੍ਹਾਂ ਐਕਟ ਕਰਦੇ, ਕਿਉਂਕਿ ਮੈਂ ਤਾਂ ਹਮੇਸ਼ਾ ਕਹਿੰਦਾ ਸੀ ਕਿ BJP ਨਾਲ ਹੀ ਹੈ। ਪਹਿਲਾਂ ਜਿੱਦਣ ਗਏ ਸੀ ਉਦਣ 10 ਦਿਨ ਲਈ ਪੈਡੀ ਡਿਲੇ ਕਰਾਇਆ, ਜਿੱਦਣ ਹੁਣ ਗਏ ਤੇ ਉਦਣ ਆਹ ਸ਼ਰਾਰਤ ਕਰਿਆ। ਕੈਪਟਨ ਅਮਰਿੰਦਰ ਸਿੰਘ ਜੀ, ਇਦਾਂ ਨਾ ਕਰੋ। ਅਸੀਂ ਤੁਹਾਨੂੰ ਬਹੁਤ ਹੋਰ ਤਰ੍ਹਾਂ ਦੀ ਰਿਸਪੈਕਟ ਨਾਲ ਦੇਖਦੇ ਹਾਂ ਕਿ ਬਹੁਤ ਵੱਡੇ ਲੀਡਰ ਹੋ, ਬਟ ਐਟ ਦਾ ਸੇਮ ਟਾਈਮ ਇਹੋ ਜਿਹੀਆਂ ਪੰਜਾਬ ਪ੍ਰਤੀ ਔਰ BJP ਨਾਲ ਰਲ ਕੇ ਇਦਾਂ ਦੀਆਂ ਗਵਰਨਮੈਂਟ ਆਫ ਇੰਡੀਆ ਨੇ 50 ਕਿਲੋਮੀਟਰ ਦਾ ਮਤਲਬ ਹੈ ਕਿ ਅੱਧੇ ਪੰਜਾਬ ਤੇ ਇਹ ਕਬਜ਼ਾ ਕਰਨ ਵਾਲੀ ਕੋਸ਼ਿਸ਼ ਹੈ। ਔਰ ਜਿਹੜੀ ਪਿੱਛੇ ਇਹਦੇ ਅਸਲੀਅਤ ਹੈ, ਜੇ ਤੁਸੀਂ ਇਹਨੂੰ ਸਾਰੇ ਨੂੰ ਜੋੜ ਕੇ ਦੇਖੋ, ਚਾਹੇ ਬੰਗਾਲ ਦੀ ਗੱਲ ਹੋਵੇ, ਚਾਹੇ ਪੰਜਾਬ ਦੀ ਗੱਲ ਹੋਵੇ, ਚਾਹੇ ਕਿਸਾਨੀ ਦੀ ਗੱਲ ਹੋਵੇ, ਜੇ ਲਖੀਮਪੁਰ ਵਾਲੀ ਘਟਨਾ ਨੂੰ ਵੀ ਇਹਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਹ ਪਿਓਰਲੀ ਜੋ BJP ਕਰ ਰਹੀ ਹੈ ਦੇਸ਼ ਦੇ ਵਿੱਚ ਪੋਲਰਾਈਜੇਸ਼ਨ, ਇਹ ਉਹਦਾ ਇੱਕ ਨਮੂਨਾ ਹੈ ਕਿ ਇੱਥੇ ਵੀ ਉਹੋ ਜੀ ਪੋਲਰਾਈਜੇਸ਼ਨ ਕੀਤੀ ਜਾਵੇ ਜਿਹੜੀ ਕੰਟਰੀ ਦੇ ਵਿੱਚ ਉਹ ਕਰ ਰਹੇ ਆ। ਤੇ BSF ਦੇ ਅਧਿਕਾਰ ਖੇਤਰ ਨੂੰ ਵਧਾਉਣ ਉੱਤੇ ਸੁਨੀਲ ਜਾਖੜ ਦਾ ਵੀ ਬਿਆਨ ਸਾਹਮਣੇ ਆਇਆ। ਬਕਾਇਦਾ ਉਹਨਾਂ ਨੇ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਦਾ ਸਿਆਸੀ ਇਸਤੇਮਾਲ ਬੇਹੱਦ ਚਿੰਤਾਜਨਕ ਹੈ। ਸਰਕਾਰਾਂ ਦੀਆਂ ਨਾਕਾਮੀਆਂ ਲੁਕਾਉਣ ਦੇ ਲਈ ਇਸਤੇਮਾਲ ਕਰਨਾ ਬਿਲਕੁਲ ਗਲਤ ਹੈ।
ਉਹਨਾਂ ਨਾਲ ਹੀ ਕਿਹਾ ਕਿ ਕੈਪਟਨ ਅਮਰਿੰਦਰ ਤੋਂ ਬਿਹਤਰ ਇਸ ਗੱਲ ਨੂੰ ਹੋਰ ਕੋਈ ਨਹੀਂ ਜਾਣਦਾ। ਤਾਂ ਸੁਨੀਲ ਜਾਖੜ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਟਵੀਟ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਕੋਈ ਵੀ ਨਹੀਂ ਜਾਣਦਾ। ਸਿੱਧੇ ਤੌਰ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਵੀ ਨਿਸ਼ਾਨਾ ਸਾਧਦੇ ਨਜ਼ਰ ਆਏ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਸੁਨੀਲ ਜਾਖੜ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਸਿਆਸੀਕਰਨ ਨੂੰ ਲੈ ਕੇ ਆਪਣੇ ਸਿਆਸੀ ਮੁਫਾਦਾਂ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ BSF ਨੂੰ ਬਲੀ ਦਾ ਬੱਕਰਾ ਬਣਾਉਣਾ ਉਹ ਬੇਹੱਦ ਚਿੰਤਾਜਨਕ ਹੈ। ਉਹਨੇ ਕਿਹਾ ਕਿ ਸਾਨੂੰ ਆਪਣੇ ਸੁਰੱਖਿਆ ਬਲਾਂ ਦੇ ਉੱਪਰ ਬੇਹੱਦ ਮਾਣ ਹੈ ਜੋ ਸਰਹੱਦਾਂ ਦੀ ਰਾਖੀ ਕਰਦੇ ਨੇ ਅਤੇ ਵਿਦੇਸ਼ੀ ਹਮਲਾਵਰਾਂ ਤੋਂ ਭਾਰਤ ਦੀ ਸੁਰੱਖਿਆ ਕਰਦੇ ਨੇ ਔਰ ਸੁਰੱਖਿਆ ਬਲਾਂ ਨੂੰ ਲੀਡਰਾਂ ਤੇ ਸਰਕਾਰਾਂ ਦੀ ਨਾਕਾਮੀ ਕਰਕੇ ਪੈਦਾ ਹੋਏ ਹਾਲਾਤ ਨੂੰ ਕਾਬੂ ਕਰਨ ਦੇ ਲਈ ਇਸਤੇਮਾਲ ਕਰਨਾ ਬੇਹੱਦ ਖਤਰਨਾਕ ਹੈ। ਤਾਂ ਸਾਡੀਆਂ ਫੌਜਾਂ ਦਾ ਮਨੋਬਲ ਇਸ ਦੇ ਨਾਲ ਡਿੱਗੇਗਾ ਔਰ ਸੁਰੱਖਿਆ ਬਲਾਂ ਨੂੰ ਸਿਆਸੀ ਹਥਿਆਰਾਂ ਵਜੋਂ ਇਸਤੇਮਾਲ ਕਰਨ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਔਰ ਨਾਲ ਹੀ ਉਹਨਾਂ ਨੇ ਕੋਟ ਕੀਤਾ ਕਿ ਇਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਬਿਹਤਰ ਕੋਈ ਨਹੀਂ ਜਾਣਦਾ। ਮੈਂ ਉਦੋਂ BSF ਅਫਸਰਾਂ ਨੂੰ ਮਿਲਿਆ ਸੀ ਜਦੋਂ ਅਕਾਲੀ ਦਲ ਨੇ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਸੀ। ਤਾਂ ਸੁਨੀਲ ਜਾਖੜ ਦਾ ਇਹ ਟਵੀਟ ਆਪਣੇ ਆਪ ਦੇ ਵਿੱਚ ਕਈ ਮਾਇਨੇ ਰੱਖਦਾ। ਪਹਿਲੀ ਗੱਲ ਤਾਂ ਇਹੀ ਹੈ ਕਿ ਉਹ ਸਾਫ਼ ਤੌਰ ਦੇ ਉੱਪਰ ਵਿਰੋਧ ਕਰਦਾ ਨਜ਼ਰ ਆ ਰਿਹਾ। ਜਿਸ ਤਰੀਕੇ ਦੇ ਨਾਲ BSF ਦੇ ਅਧਿਕਾਰ ਖੇਤਰ ਨੂੰ ਵਧਾਉਣ ਦੀ ਗੱਲ ਕਹੀ ਗਈ ਹੈ ਉਸ ਦਾ ਉਹਨਾਂ ਨੇ ਸਿਰੇ ਤੋਂ ਉਸ ਗੱਲ ਦਾ ਵਿਰੋਧ ਕੀਤਾ ਔਰ ਜ਼ਿਕਰ ਕੀਤਾ ਕਿ ਇਸ ਦੇ ਨਾਲ ਸੰਘੀ ਢਾਂਚੇ ਨੂੰ ਸੱਟ ਲੱਗੇਗੀ। ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ BSF ਜਿਹੜੇ ਬਾਰਡਰ ਦੇ ਉੱਪਰ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਨੇ, ਜਿਨ੍ਹਾਂ ਦੀ ਬਦੌਲਤ ਅਸੀਂ ਅਮਨ ਚੈਨ ਨਾਲ ਰਹਿ ਰਹੇ ਹਾਂ, ਉਹਨਾਂ ਦੇ ਮਲਵਨ ਨੂੰ ਸੱਟ ਲੱਗੇਗੀ। ਔਰ ਦੂਸਰੇ ਪਾਸੇ ਜਿਹੜੇ ਸਿਆਸੀ ਮੁਫਾਦਾਂ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਉਹ ਬੇਹੱਦ ਸ਼ਰਮਨਾਕ ਹੈ, ਚਿੰਤਾਜਨਕ ਹੈ ਔਰ ਉਸ ਅਜਿਹਾ ਨਹੀਂ ਹੋਣਾ ਚਾਹੀਦਾ। ਪਰ ਨਾਲ ਹੀ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਦਾ ਇੱਕ ਟਵੀਟ ਆਇਆ ਸੀ ਉਹ ਸਵਾਗਤ ਕੀਤਾ ਗਿਆ, ਪਰ ਦੂਸਰੇ ਪਾਸੇ ਉਹਨਾਂ ਨੇ ਜ਼ਿਕਰ ਕੀਤਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਖੁਦ ਫੌਜ ਨਾਲ ਸੰਬੰਧਿਤ ਵੀ ਰਹਿ ਚੁੱਕੇ ਨੇ ਪਹਿਲਾਂ ਔਰ CM ਵੀ ਰਹਿ ਚੁੱਕੇ ਨੇ। ਤਾਂ ਉਹਨਾਂ ਨੇ ਕਿਹਾ ਕਿ ਇਸ ਗੱਲ ਨੂੰ ਸੂਬੇ ਦੇ ਅਮਨ ਅਮਾਨ ਨੂੰ ਔਰ ਬਾਰਡਰ ਸਿਕਿਉਰਿਟੀ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਹੋਰ ਕੋਈ ਵੀ ਸ਼ਾਇਦ ਨਹੀਂ ਜਾਣ ਸਕਦਾ। ਤਾਂ ਹੁਣ ਗੱਲ ਕਰਦੇ ਹਾਂ ਵੱਡੀ ਖਬਰ ਦੀ। ਅੰਕਿਤ ਮਿਸ਼ਰਾ ਨੂੰ ਕ੍ਰਾਈਮ ਸੀਨ ਉੱਤੇ ਲੈ ਕੇ ਗਈ ਹੈ ਯੂਪੀ ਪੁਲਿਸ। ਤਾਂ ਅੰਕਿਤ ਮਿਸ਼ਰਾ, ਅੰਕਿਤ ਦਾਸ ਅਤੇ ਡਰਾਈਵਰ ਨੂੰ SIT ਆਪਣੇ ਨਾਲ ਲੈ ਕੇ ਗਈ ਹੈ। ਲਖੀਮਪੁਰ ਕਾਂਡ ਦੇ ਸਾਰੇ ਮੁਲਜ਼ਮਾਂ ਦੇ ਨਾਲ ਕ੍ਰਾਈਮ ਸੀਨ ਦਾ ਦੌਰਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ। ਪੁਲਿਸ ਵੱਲੋਂ ਕ੍ਰਾਈਮ ਸੀਨ ਦਾ ਰੀਕ੍ਰੀਏਸ਼ਨ ਭਾਵ ਉਹ ਦੁਬਾਰਾ ਉਸ ਸਥਾਨ ਦੇ ਉੱਪਰ ਦੋਸ਼ੀਆਂ ਨੂੰ ਲੈ ਕੇ ਜਾਂਦਾ ਔਰ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮੌਕੇ ਦੇ ਉੱਪਰ। ਤਾਂ ਉਹੀ ਦੁਬਾਰਾ ਸੀਨ ਕਿਤੇ ਨਾ ਕਿਤੇ ਕ੍ਰੀਏਟ ਕੀਤਾ ਜਾਂਦਾ। ਜਾਣਕਾਰੀ ਲਈ ਜਾਂਦੇ ਕਿਸ ਤਰੀਕੇ ਦੇ ਨਾਲ ਪੂਰੀ ਘਟਨਾ ਵਾਪਰੀ ਸੀ। तमाम कड़ियां SIT एक एक कर जोड़ने की कोशिश कर रही है। जो इन ਤਾਂ ਸਿੱਧੀਆਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਦੇ ਉੱਪਰ ਦਿਖਾ ਰਹੇ ਹਾਂ। ਲਖੀਮਪੁਰ ਤੋਂ ਸਿੱਧੀਆਂ ਤਸਵੀਰਾਂ ਨੇ ਉਹੀ ਜਗ੍ਹਾ ਜਿੱਥੇ ਲਖੀਮਪੁਰ ਦੇ ਵਿੱਚ ਦਰੜਿਆ ਗਿਆ ਸੀ ਕਿਸਾਨਾਂ ਨੂੰ। ਇਹ ਉਹੀ ਥਾਂ ਜਿੱਥੇ ਹਾਹਾਕਾਰ ਮਚਿਆ ਸੀ ਔਰ ਪੂਰੀ ਦੇਸ਼ ਦੇ ਵਿੱਚ ਜਿਸ ਨੂੰ ਲੈ ਕੇ ਰੋਸ ਹੋਇਆ ਸੀ। ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। टुकड़े अभी भी यहाँ पर मौजूद हैं और अंकित ये वो साक्ष्य और सबूत हैं जिनको लेकर जिनको कलेक्ट करने के लिए यहाँ पर टीम पहुंची है। ये वो साक्ष्य सबूत हैं इसीलिए मना किया जा रहा है कि उनको टच ना करें। लेकिन आप देख सकते हैं कि सबसे पहले अनुपम ਤਾਂ ਸਬੂਤ ਜਿਹੜੇ ਕਿਤੇ ਨਾ ਕਿਤੇ ਹਲੇ ਵੀ ਜਿਉਂਦੇ ਤਿਉਂ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ। ਔਰ ਜਿਵੇਂ ਕਿ ਸੁਪਰੀਮ ਕੋਰਟ ਨੇ ਪਹਿਲੇ ਸਾਫ਼ ਕਰ ਦਿੱਤਾ ਸੀ ਔਰ DGP ਯੂਪੀ ਨੂੰ ਇਹ ਨਿਰਦੇਸ਼ ਦਿੱਤਾ ਸੀ ਕਿ ਜਿਹੜੇ ਸਬੂਤਾਂ ਦੀ ਸੁਰੱਖਿਆ ਕਿਤੇ ਨਾ ਕਿਤੇ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਕਿਉਂਕਿ ਮਾਮਲੇ ਦੀ ਹੁਣ ਜਿਹੜੀ ਅਗਵਾਈ ਹੈ ਸਿੱਟ ਕਰ ਰਹੀ ਹੈ। ਔਰ ਸਿੱਟ ਦੀ ਟੀਮ ਹੁਣ ਉਹਨਾਂ ਮੁਲਜ਼ਮਾਂ ਨੂੰ ਅੰਕਿਤ ਮਿਸ਼ਰਾ ਦੀ ਗੱਲ ਹੋਵੇ ਉਸ ਦੇ ਡਰਾਈਵਰ ਦੀ ਗੱਲ ਹੋਵੇ ਜਾਂ ਫਿਰ ਅੰਕਿਤ ਦਾਸ ਜਿਸ ਦੀ ਗੱਡੀ ਵਰਤੀ ਗਈ ਸੀ ਤਾਂ ਉਹਨਾਂ ਨੂੰ ਉਸ ਘਟਨਾ ਵਾਲੀ ਥਾਂ ਦੇ ਉੱਪਰ ਲੈ ਕੇ ਗਈ ਹੈ। ਮੁੜ ਤੋਂ ਰੀਕ੍ਰੀਏਸ਼ਨ ਭਾਵ ਮੁੜ ਤੋਂ ਸਾਰੇ ਪਹਿਲੂਆਂ ਨੂੰ ਕੜੀਆਂ ਨੂੰ ਜੋੜ ਕੇ ਦੇਖਿਆ ਜਾਂਦਾ ਕਿਸ ਤਰੀਕੇ ਦੇ ਨਾਲ ਉਹ ਗੱਡੀਆਂ ਕਿੱਧਰੋਂ ਆਈਆਂ ਸੀ, ਕੌਣ ਚਲਾ ਰਿਹਾ ਸੀ, ਕਿੰਨੀ ਸਪੀਡ ਤੇ ਸੀ, ਉਹਨਾਂ ਨੇ ਅੱਗੇ ਕੀ ਕੁਝ ਦੇਖਿਆ। ਤਾਂ ਕੜੀ ਦਰ ਕੜੀ ਦੁਬਾਰਾ ਤੋਂ ਉਸ ਚੀਜ਼ ਨੂੰ ਉਸ ਸੀਨ ਨੂੰ ਮੁੜ ਤੋਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ SI ਦੀ ਟੀਮ ਅੱਜ ਸਾਰੇ ਮੁਲਜ਼ਮਾਂ ਨੂੰ ਨਾਲ ਲੈ ਕੇ ਅੰਕਿਤ ਮਿਸ਼ਰਾ ਨੂੰ, ਅੰਕਿਤ ਦਾਸ ਨੂੰ ਤੇ ਉਸਦੇ ਡਰਾਈਵਰ ਨੂੰ ਯੂਪੀ ਦੇ ਲਖੀਮਪੁਰ ਦਾ ਦੌਰਾ ਕਰ ਰਹੀ ਹੈ। ਕਰੜੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਔਰ ਉਸ ਇੱਕ ਬਾਉਂਡਰੀ ਖਿੱਚ ਦਿੱਤੀ ਗਈ ਹੈ ਜਿਸ ਦੇ ਅੰਦਰ ਕਿਸੇ ਨੂੰ ਵੀ ਆਉਣਾ ਅਲਾਊਡ ਨਹੀਂ ਹੈ। ਤਾਂ 3 ਅਕਤੂਬਰ ਨੂੰ ਲਖੀਮਪੁਰ ਦੇ
ਤਿਕੋਣੀਆ ਇਲਾਕੇ ਦੇ ਵਿੱਚ ਪੂਰੀ ਘਟਨਾ ਹੋਈ ਸੀ ਔਰ ਉਸੇ ਇਲਾਕੇ ਦੇ ਵਿੱਚ ਹੁਣ ਫਿਰ ਤੋਂ ਰੀਕ੍ਰੀਏਸ਼ਨ ਕਰਨ ਦੇ ਲਈ ਐਸਆਈਡੀ ਦੀ ਟੀਮ ਗਈ ਹੈ। ਭਾਰੀ ਸੁਰੱਖਿਆ ਬਲ ਵੀ ਉੱਥੇ ਤੈਨਾਤ ਕੀਤੇ ਗਏ ਨੇ ਤੇ ਦੋਸ਼ੀਆਂ ਦੇ ਕੋਲੋਂ ਮੁੜ ਤੋਂ ਜਿਹੜੀ ਹੈ ਉਹ ਕੱਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਔਰ ਜਿਵੇਂ ਕਿ ਅਸੀਂ ਤਸਵੀਰਾਂ ਦੇ ਵਿੱਚ ਪਹਿਲਾਂ ਵੀ ਦਿਖਾਈਆਂ ਸੀ ਕਿ ਗੱਡੀਆਂ ਦੇ ਕੁਝ ਪਾਰਟਸ ਨੇ ਜਾਂ ਹੋਰ ਜਿਹੜੇ ਪਹਿਲੂ ਨੇ, ਜਿਹੜੇ ਸਬੂਤ ਨੇ, ਜਿਹੜੇ ਉੱਥੇ ਹਨੇਰੇ ਦੇ ਵਿੱਚ ਉਸ ਦਿਨ ਪਏ ਸੀ, ਤਾਂ ਉਹ ਹਲੇ ਵੀ ਸਥਿਤੀ ਕਿਤੇ ਨਾ ਕਿਤੇ ਜਿਉਂ ਦੀ ਤਿਉਂ ਪਈ ਹੈ। ਕਿਸੇ ਵੀ ਚੀਜ਼ ਦੇ ਨਾਲ ਕਿਸੇ ਉੱਥੋਂ ਦੇ ਜਿੰਨੇ ਵੀ ਸਮਾਨ ਸੀ ਜਾਂ ਫਿਰ ਜੋ ਵੀ ਸੀ ਉਹ ਹਲੇ ਵੀ ਜਿਉਂ त्यों उसी तरह बरकरार। साढ़े नाल ग्राउंड जीरो तो राजीव जुड़ रहे हैं। राजीव, तो रिक्रिएशन किया जा रहा है, आप मौके वारदात पर ग्राउंड जीरो पर मौजूद हैं अजीत, तो अभी क्या ताज़ा हालात क्या है और क्या लग रहा है कि किस प्रकार से पूरी जांच आगे बढ़ रही है? देखिए, इस वक्त मैं उसी घटना स्थल पर मौजूद हूं जहां बीते 3 अक्टूबर को इसी स्थल पर सबसे पहले हिंसा हुई थी, जिसमें 4 किसान, एक पत्रकार समेत 8 लोगों की मौत हुई थी। इस दौरान आप देख सकते हैं कि ये वही घटना स्थल है जहां पर सबसे पहले जो थार है जो किसानों को कुचलते हुए आगे आ रही थी वो यहां पर पलटी थी, और इसके बाद इसमें जो सवार लोग थे उनको भी बताया जा रहा है कि आक्रोशित भीड़ द्वारा उनको पीटा गया था, जिसके बाद उनकी मौत हुई है। ऐसे में अब एसआईटी की टीम डीआईजी उपेंद्र अग्रवाल की अध्यक्षता में यहां पर पहुंची है। उनके साथ आईपीएस सुनील कुमार सिंह, जो एसआईटी के 9 सदस्यीय मेंबर हैं, वो यहां पर मौजूद हैं, और वो इस घटना के मुख्य आरोपी आशीष मिश्रा, अंकित दास, उसके गनर लतीफ और ड्राइवर शेखर को यहां पर लाए हैं। आप जो ये गाड़ी देख रहे हैं उसमें उन आरोपियों को बिठाया गया है। इससे पहले एक एक करके आरोपियों को घटनास्थल पर उतारा गया है और ये जानने और समझने की कोशिश की गई है कि आखिर जब ये घटना हुई तो वो उस वक्त कहां थे। और इस दौरान जो बात सामने आ रही थी कि फायरिंग की गई है और गाड़ियों में जो कारतूस मिले थी, उस बात की भी पुष्टि हुई है। और खुद अंकित दास ने एसआईटी की पूछताछ में ये बात स्वीकार की है कि जो वो फायरिंग हुई है वो उसी के गनर द्वारा की गई थी, क्योंकि उसको ये लग रहा था कि किसानों के बीच वो घिर गया है। ऐसे में उसने बचाव में फायरिंग की थी, लेकिन उससे किसी की मौत नहीं हुई है। ऐसे में आप देख सकते हैं कि अब से कुछ देर पहले एक के बाद एक जो अंकित दास गुप्ता है उसको उतारा गया, फिर लतीफ को उतारा गया, फिर उसके ड्राइवर शेखर को उतारा गया, लेकिन अब तक आशीष मिश्रा को इस घटनास्थल पर नहीं उतारा गया है, जिससे साबित होता है कि अब तक एसआईटी के पास ऐसा कोई पुख्ता साक्ष्य और सबूत नहीं है जिसके आधार पर वो ये कह सके कि आशीष मिश्रा घटनास्थल पर मौजूद था। और जो कि लगातार उसके वकील और वो खुद शुरुआती दिनों से कहता रहा है। हालांकि शुरुआती दौर में जरूर एसआईटी ने ये कहा था कि उसके पास कई ऐसे साक्ष्य और सबूत हैं जिसके आधार पर वो आशीष मिश्रा के मौके पर मौजूद होने की पुष्टि हुई है, लेकिन फिलहाल जो अब तक की जो क्राइम सीन रिक्रिएशन का काम हुआ है, जो पूछताछ हुई है, जो इसकी प्रक्रिया चल रही है, उसमें आशीष मिश्रा को एक बार भी घटनास्थल पर नहीं उतारा गया। हालांकि अब से कुछ देर बाद इस स्थल से आगे ले जाकर आशीष मिश्रा को उस दंगल स्थल पर ले जाया जाएगा जहां पर उस दिन दंगल हो रहा था, और फिर उस राइस मिल पर जहां पर यह बताया जा रहा है कि दंगल के बाद वो राइस मिल पहुंचा था, तो वहां पर भी पहुंचकर ये तस्दीक की जाएगी और तमाम साक्ष्य और सबूत को इकट्ठा करने की कोशिश की जाएगी, जिनके आधार पर यह साबित किया जा सके कि आखिर 3 अक्टूबर की दोपहर जो घटना हुई उसका असल जिम्मेदार कौन था। देखो राजीव, एक बात और समझ आते हैं और जानना चाहते हैं कि कितनी देर होगी इस पूरी जांच को चलते हुए। लखीमपुर में जो रिक्रिएशन क्राइम सीन क्रिएट किया जा रहा है, कितनी देर होगी इंक्वायरी चलते हुए, और क्या लग रहा है कि अभी कितनी देर और इनको यहां रखा जाएगा? उसके आगे की जो रणनीति है और पुलिस की एसआईटी की कार्रवाई वो कैसी रहेगी? क्या इनको आज यहीं रखा जाएगा या वापिस ले जाया जाएगा? देखिए, अब से करीब 1 घंटे पहले एसआईटी की टीम इन आरोपियों को लेकर घटनास्थल पर पहुंची है, और जब कोई बड़ा मामला होता है और एसआईटी को डाउट होता है या पुलिस टीम को डाउट होता है तो क्राइम सीन रिक्रिएट किया जाता है। और यही कारण है कि एसआईटी की टीम, आप देख सकते हैं कि जो अफसर हैं वो घटनास्थल के बाद अब उनका काफिला जो है आगे की ओर बढ़ चुका है, और अब ये जो अफसर हैं ये उस दंगल स्थल पर जा रहे हैं जहां पर आशीष मिश्रा खुद के मौजूद होने का दावा कर रहा था। ये जो टीम है आशीष मिश्रा के घर पर भी जा सकती है और उसके बाद साथ ही साथ राइस मिल पर भी जा सकती है। फिलहाल आप देख रहे हैं कि जो एसआईटी के अधिकारियों का काफिला है वो आगे तो बढ़ गया है, लेकिन अब तक आशीष मिश्रा को इस स्थल पर नहीं उतारा गया है, जिससे साफ साबित होता है कि आशीष मिश्रा की घटनास्थल पर मौजूदगी के अब तक कोई पुख्ता प्रमाण एसआईटी के हाथ नहीं लगे हैं। और जो दावा, जो बयान आशीष मिश्रा अब तक देता आया है, उसी बयान के आधार पर
अब एसआईटी टीम दंगल के कार्यक्रम स्थल की ओर बढ़ रही जो उसके गांव में स्थित था। उसके बाद फिर एसआईटी टीम ये राइस मिल की तरफ जाएगी और वहां ये जानने और समझने की कोशिश करेगी कि आखिर जो आशीष मिश्रा था क्या वो वहां मौजूद था या फिर वो झूठ बोल रहा है। इस पूरी जांच के बाद ये करीब 2 से 3 घंटे तक का जांच चलेगी। उसके बाद फिर जब वापस जाएगी तो एसआईटी टीम एक बार फिर से डिस्कशन करेगी और जो अभी तक इन आरोपियों के खिलाफ साक्ष्य और सबूत मिले हैं उनको समाप्त करके उनके आधार पर ये कोशिश करेगी कि ये पता लगाया जा सके कि आखिर इस घटना का असल जिम्मेदार कौन था और कौन कौन लोग घटना स्थल के ऊपर मौजूद थे और उनकी क्या भूमिका थी। और यही कारण है कि आप देख रहे हैं कि डीआईजी उपेंद्र अग्रवाल की अध्यक्षता में जो एसआईटी गठित की गई है उसके सभी मेंबर इस वक्त घटना स्थल पर मौजूद हैं, जहां पर 3 अक्टूबर को इसी स्थल पर 8 लोगों की मौत हुई थी। जी शुक्रिया फिलहाल के लिए राजी, बहुत बहुत शुक्रिया ग्राउंड जीरो से हमें जानकारी देने के लिए। ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਵੱਡੀ ਹਲਚਲ ਹੋ ਰਹੀ ਹੈ ਲਖੀਮਪੁਰ ਦੇ ਵਿੱਚ। ਇੱਕ ਵਾਰ ਫਿਰ ਤੋਂ ਰੀਕ੍ਰੀਏਸ਼ਨ ਦੇ ਲਈ ਦੁਬਾਰਾ ਤੋਂ ਸੀਨ ਕ੍ਰੀਏਟ ਕਰਨ ਦੇ ਲਈ ਜਿਹੜੇ ਮੁੱਖ ਮੁਲਜ਼ਮ ਸੀ ਉਹਨਾਂ ਨੂੰ ਉੱਥੇ ਐਸਆਈਟੀ ਦੇ ਵੱਲੋਂ ਕਰੜੀ ਸੁਰੱਖਿਆ ਦੇ ਵਿੱਚ ਲਿਆਂਦਾ ਗਿਆ। ਪਰ ਇੱਕ ਗੱਲ ਦੇਖਣ ਨੂੰ ਮਿਲੀ ਕਿ ਜਿਹੜਾ ਆਸ਼ੀਸ਼ ਮਿਸ਼ਰਾ ਨੂੰ ਗੱਡੀ ਦੇ ਵਿੱਚੋਂ ਬਾਹਰ ਨਹੀਂ ਉਤਾਰਿਆ ਗਿਆ। ਅੰਕਿਤ ਦਾਸ ਦੇ ਉਸਦੇ ਡਰਾਈਵਰ ਨੂੰ ਬਾਹਰ ਉਤਾਰ ਕੇ ਪੂਰੀ ਪੁੱਛ ਪੜਤਾਲ ਕੀਤੀ ਗਈ ਹੈ। ਹੁਣ ਜਿਹੜੀ ਇਹ ਅੱਗੇ ਐਸਆਈ ਟੀਮ ਅੱਗੇ ਕਾਫਲਾ ਵੱਧ ਚੁੱਕਿਆ। ਹੁਣ ਦੰਗਲ ਵਾਲੀ ਜਗ੍ਹਾ ਦੇ ਉੱਪਰ ਜਾ ਰਿਹਾ ਜਿੱਥੇ ਆਸ਼ੀਸ਼ ਮਿश्रा ने जिक्र किया कि उत्थे मौजूद है। उस तो बाद की अपडेट होगी लगातार तुहानूं सब तो पहला असीं दिखावांगे।